ਸਤਿ ਸ਼੍ਰੀ ਅਕਾਲ ਦੋਸਤੋ। ਮਾਨਸਾਪੁਰ ਜੀਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਕੰਪਿਊਟਰ ਦੇ ਜਿਹੜੇ ਪ੍ਰੈਕਟਿਸ ਸੈੱਟ ਨੇ ਜਿਹੜੇ ਕਿ ਆਉਣ ਵਾਲੇ ਪੇਪਰਾਂ ਦੇ ਵਿੱਚ ਤੁਹਾਨੂੰ ਹੈਲਪ ਕਰਨਗੇ, ਉਹਦੀ ਸੀਰੀਜ਼ ਨੂੰ ਅੱਗੇ ਵਧਾਵਾਂਗੇ। ਤਾਂ ਇਹ ਜਿਹੜੀ ਵੀਡੀਓਜ਼ ਨੇ ਜਾਂ ਮੌਕ ਟੈਸਟ ਸੀਰੀਜ਼ ਹੈ, ਇਹ ਕੰਪਿਊਟਰ ਦੇ ਵਿੱਚ ਵੀ ਅਵੇਲੇਬਲ ਆ, ਮੈਥ ਦੇ ਵਿੱਚ ਵੀ ਅਵੇਲੇਬਲ ਆ, ਜੀਕੇ ਅਤੇ ਹੋਰ ਕਾਫੀ ਸਬਜੈਕਟਸ ਨੇ ਜਿਹੜੇ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਇਹ ਤੁਹਾਨੂੰ ਪੰਜਾਬ ਦੇ ਆਉਣ ਵਾਲੇ ਪੇਪਰ ਜਿਵੇਂ ਪਟਵਾਰੀ, ਵਕਫ ਬੋਰਡ, PAU ਦੇ ਵਿੱਚ ਪੋਸਟਾਂ ਆਈਆਂ ਨੇ ਪਟਵਾਰੀ ਦੀਆਂ, ਕੰਪਿਊਟਰ ਆਪਰੇਟਰ ਦੀਆਂ। ਤਾਂ ਮੋਸਟਲੀ ਤਕਰੀਬਨ ਪੰਜਾਬ ਦੇ ਹਰ ਇੱਕ ਪੇਪਰ ਦੇ ਵਿੱਚ ਕੰਪਿਊਟਰ ਹੈ ਜਿਹੜਾ ਉਹ 10 ਤੋਂ 15 ਨੰਬਰਾਂ ਦਾ ਜਿਹੜਾ ਅਹਿਮ ਰੋਲ ਹੈ ਜਿਹੜਾ ਉਹ ਅਦਾ ਕਰਦਾ ਹੈ। ਤਾਂ ਮੈਂ ਇਹ ਵੀਡੀਓ ਦੇ ਵਿੱਚ ਸਿਰਫ ਤੁਹਾਨੂੰ ਕੁਐਸਚਨ ਹੀ ਨਹੀਂ ਦੱਸਦਾ, ਉਸ ਤੋਂ ਇਲਾਵਾ ਜਿਹੜਾ ਥਿਓਰੈਟੀਕਲ ਪਾਰਟ ਹੈ ਉਹ ਕੁਐਸਚਨਾਂ ਦੇ ਨਾਲ ਦੱਸਦਾ ਰਹਿਣਾ। ਤਾਂ ਤੁਹਾਨੂੰ ਇਹ ਜਿਹੜਾ ਉਹ ਗੱਲਾਂ ਦੁਬਾਰੇ ਸੁਣ ਕੇ ਕੀ ਹੈ ਤੁਹਾਡੀ ਰਿਵੀਜ਼ਨ ਹੁੰਦੀ ਰਹਿੰਦੀ ਹੈ। ਤਾਂ ਕੰਪਿਊਟਰ ਦੇ ਵਿੱਚ ਮੈਂ ਗਰੰਟੀ ਕਰਦਾ, ਜੇਕਰ ਤੁਸੀਂ ਵੀਡੀਓ ਹੈ ਜਿਹੜੀ ਉਹ ਚੰਗੀ ਤਰ੍ਹਾਂ ਵੇਖਦੇ ਹੋ ਤਾਂ ਤੁਹਾਨੂੰ ਬਹੁਤ ਹੈਲਪ ਕਰੂਗੀ ਪੰਜਾਬ ਦੇ ਆਉਣ ਵਾਲੇ ਪੇਪਰਾਂ ਦੇ ਵਿੱਚ। ਤੁਸੀਂ 10 ਦੇ ਜੇ ਤੁਹਾਡੇ 10 ਜਾਂ 15 ਮਾਰਕਸ ਦੇ ਕੁਐਸਚਨ ਆਉਂਦੇ ਨੇ ਤਾਂ ਕੀ ਹੈ ਜੀ, ਤੁਸੀਂ 15 ਦੇ ਵਿੱਚੋਂ 15 ਹੀ ਲੈ ਕੇ ਮੁੜੋਗੇ। ਤਾਂ ਆਪਾਂ ਇੰਨੇ ਕੁ ਕੁਐਸਚਨ ਹੈ ਜਿਹੜੇ ਦੇ ਚੰਗੀ ਤਰ੍ਹਾਂ ਕਰ ਲਵਾਂਗੇ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਵਿੰਡੋ XP, ਵਿੰਡੋ 7, ਵਿੰਡੋ 10 ਆਰ ਨੋਨ ਐਜ਼, ਇਹ ਸਾਰੇ ਕੀ ਨੇ ਜੀ? ਇਹ ਹੈਗੇ ਸਾਰੇ ਡੀ ਆਪਸ਼ਨ ਆਪਰੇਟਿੰਗ ਸਿਸਟਮ ਹੈ। ਠੀਕ ਹੈ ਜੀ, ਇਹ ਕੀ ਨੇ ਜੀ? ਆਪਰੇਟਿੰਗ ਸਿਸਟਮ ਨੇ। ਠੀਕ ਹੈ ਜੀ, ਯਾਦ ਰੱਖਿਓ। ਦੂਜਾ ਕੁਐਸਚਨ, ਫੈਕਸ ਮਸ਼ੀਨਸ ਆਰ ਯੂਜ਼ਡ ਟੂ ਸੈਂਡ ਡਾਕੂਮੈਂਟਸ ਥਰੂ ਆ। ਜਿਹੜੀ ਫੈਕਸ ਮਸ਼ੀਨਾਂ ਹੁੰਦੀਆਂ ਸੀ ਪਹਿਲਾਂ ਵਾਲੇ ਸਮੇਂ ਦੇ ਵਿੱਚ, ਮਤਲਬ ਅੱਜ ਤੋਂ 10 ਕੁ ਸਾਲ ਪਹਿਲਾਂ, ਠੀਕ ਹੈ ਜੀ, ਉਹ ਕਿਵੇਂ ਮਤਲਬ ਜਿਹੜਾ ਤੁਹਾਡਾ ਡਾਕੂਮੈਂਟ ਆ ਉਹ ਸੈਂਡ ਕਰਦੇ ਸੀ? ਤਾਂ ਟੈਲੀਫੋਨ ਲਾਈਨ ਦੇ ਰਾਹੀਂ ਸੈਂਡ ਕਰਦੇ ਸੀ, ਮੋਡਮ ਦੇ ਰਾਹੀਂ ਕਰਦੇ ਸੀ, ਕੋਐਕਸ਼ੀਅਲ ਵਾਇਰ ਦੇ ਰਾਹੀਂ ਕਰਦੇ ਸੀ, ਜਾਂ ਆਲ ਆਫ ਦੀਜ਼ ਦੇ ਰਾਹੀਂ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ ਜੀ ਟੈਲੀਫੋਨ ਲਾਈਨ। ਇਹ ਆਪਸ਼ਨ ਇਹਦਾ ਸਹੀ ਆਨਸਰ ਹੈ। ਯਾਦ ਰੱਖਿਓ, ਇਹਦੇ ਵਿੱਚ ਕੁਛ ਐਕਸਟਰਾ ਦੱਸਣ ਨੂੰ ਇਨਫੋਰਮੇਸ਼ਨ ਹੈ ਨਹੀਂ। ਵੈਸੇ ਮੈਂ ਤੁਹਾਨੂੰ ਦੱਸ ਦਿੰਦਾ, ਮੋਡਮ ਪੇਪਰ ਦੇ ਵਿੱਚ ਪੁੱਛ ਰਿਹਾ ਨਾ ਕਿ ਮੋਡਮ ਦੀ ਜਿਹੜੀ ਫੁੱਲ ਫਾਰਮ ਹੈ ਉਹ ਕੀ ਹੈ ਜੀ? ਇਹ ਹੈਗੇ ਜੀ ਮੋਡੂਲੇਟਰ, ਡੀ ਮੋਡੂਲੇਟਰ, ਡੀ ਮੋਡੂਲੇਟਰ। ਯਾਦ ਰੱਖਣਾ ਹੈ। ਕਈ ਵਾਰ ਤੁਹਾਨੂੰ ਮੋਡੂਲੇਸ਼ਨ ਜਾਂ ਡੀ ਮੋਡੂਲੇਸ਼ਨ ਵੀ ਦੇਖਣ ਨੂੰ ਮਿਲੂਗਾ। ਠੀਕ ਹੈ, ਜ਼ਿਆਦਾਤਰ ਮੋਡੂਲੇਟਰ ਅਤੇ ਡੀ ਮੋਡੂਲੇਟਰ ਦੇਖਣ ਨੂੰ ਮਿਲਦਾ। ਠੀਕ ਹੈ ਜੀ, ਕੋਈ ਔਖੀ ਗੱਲ ਨਹੀਂ ਹੈਗੀ। ਕੋਐਕਸ਼ੀਅਲ ਵਾਇਰ, ਜਿਹੜੀ ਆਪਣੀ ਕੇਬਲ ਵਾਲੀ ਤਾਰ ਹੁੰਦੀ ਹੈ ਉਹ ਕੋਐਕਸ਼ੀਅਲ ਵਾਇਰ ਹੀ ਹੁੰਦੀ ਹੈ। ਮਤਲਬ ਉਹਦਾ ਕੀ ਹੁੰਦਾ ਜੀ? ਦੇਖੋ ਬਾਹਰਲੇ ਪਾਸੇ ਕੀ ਹੁੰਦਾ ਜੀ, ਕਾਲਾ ਤੁਹਾਡਾ ਉੱਪਰ ਉਹਦੇ ਕਵਰ ਚੜਿਆ ਹੁੰਦਾ ਹੈ, ਵਿੱਚ ਉਹਦੇ ਇੱਕ ਚਿੱਟੀ ਮਤਲਬ ਕੀ ਆ, ਇੱਕ ਚਿੱਟੀ ਤਾਰ ਨਿਕਲਦੀ ਹੈ। ਠੀਕ ਹੈ ਜੀ, ਉਦੋਂ ਅੱਗੇ ਕੀ ਆਉਂਦਾ ਜੀ? ਮੈਸ਼ ਆਉਂਦਾ, ਜਾਲ ਜਿਹਾ ਆਉਂਦਾ ਜੀ। ਠੀਕ ਹੈ, ਖੁੱਲ੍ਹ ਕੇ ਵੇਖਿਓ ਤਾਂ ਉਹ ਤੁਹਾਡੀ ਜਿਹੜੀ ਹੁੰਦੀ ਹੈ ਜੀ ਉਹ ਕੋਐਕਸ਼ੀਅਲ ਵਾਇਰ ਹੁੰਦੀ ਹੈ। ਠੀਕ ਹੈ, ਇੰਨੀ ਕੁ ਇਨਫੋਰਮੇਸ਼ਨ ਇਹਦੇ ਲਈ ਕਾਫੀ ਆ। ਡੇਟ ਐਂਡ ਟਾਈਮ ਆਰ ਅਵੇਲੇਬਲ ਔਨ ਦਾ ਡੈਸਕਟੋਪ ਐਟ। ਠੀਕ ਹੈ, ਬਹੁਤ ਜਣਿਆਂ ਨੇ ਦੇਖਿਆ ਹੋਊਗਾ। ਦੇਖੋ ਤੁਹਾਡਾ ਕੀ ਹੈ ਜੀ, ਡੈਸਕਟੋਪ ਆ ਮੰਨ ਲਓ। ਠੀਕ ਹੈ, ਤਾਂ ਇੱਥੇ ਸਾਡੀਆਂ ਜਿਹੜੇ ਆਈਕਨਸ ਹੁੰਦੇ ਨੇ, ਜਿਵੇਂ ਮਾਈ ਕੰਪਿਊਟਰ, ਤੁਹਾਡਾ ਜੋ ਵੀ ਫੋਲਡਰ ਵਗੈਰਾ ਨੇ, ਠੀਕ ਹੈ, ਸੌਫਟਵੇਅਰ ਵਗੈਰਾ ਇੰਸਟਾਲ ਨੇ ਡੈਸਕਟੋਪ ਦੇ ਉੱਤੇ। ਠੀਕ ਹੈ ਜੀ, ਤਾਂ ਤੁਹਾਡਾ ਜਿਹੜਾ ਡੇਟ ਅਤੇ ਟਾਈਮ ਹੁੰਦਾ ਹੈ ਉਹ ਕਿੱਥੇ ਤੁਹਾਡਾ ਮੌਜੂਦ ਹੁੰਦਾ ਜੀ? ਡੈਸਕਟੋਪ 'ਤੇ। ਤਾਂ ਉਹ ਥੱਲੇ ਕੀ ਹੁੰਦਾ ਜੀ? ਇੱਕ ਟਾਸਕ ਬਾਰ ਹੁੰਦੀ ਹੈ ਜੀ। ਠੀਕ ਹੈ, ਟਾਸਕ ਬਾਰ ਹੁੰਦੀ ਹੈ ਜਿਹਤੇ ਤੁਹਾਡਾ ਕੀ ਹੈ ਜੀ? ਡੇਟ ਅਤੇ ਟਾਈਮ ਇੱਥੇ ਜੇ ਮੈਂਸ਼ਨ ਹੁੰਦਾ ਜੀ। ਠੀਕ ਹੈ, ਤਾਂ ਡੀ ਆਪਸ਼ਨ ਇਹਦਾ ਸਹੀ ਆਨਸਰ ਹੈ ਜੀ, ਟਾਸਕ ਬਾਰ। ਕੀਬੋਰਡ ਦੇ ਮੈਂ ਬਾਰੇ ਜੇ ਗੱਲ ਕਰਾਂ ਤਾਂ ਕੀਬੋਰਡ ਪੇਪਰ 'ਚ ਪੁੱਛ ਲੈਣ ਕਿਹੜੀ ਡਿਵਾਈਸ ਹੈ ਜੀ? ਇਨਪੁਟ ਡਿਵਾਈਸ ਹੈ। ਠੀਕ ਹੈ, ਦੋ ਤਰ੍ਹਾਂ ਦੀਆਂ ਡਿਵਾਈਸਿਸ ਹੁੰਦੀਆਂ ਨੇ, ਇੱਕ ਹੁੰਦੀਆਂ ਜੀ ਇਨਪੁਟ ਡਿਵਾਈਸਿਸ, ਇੱਕ ਹੁੰਦੀਆਂ ਜੀ ਆਊਟਪੁੱਟ ਡਿਵਾਈਸਿਸ। ਇਨਪੁਟ ਡਿਵਾਈਸਿਸ ਜਿਨ੍ਹਾਂ ਦੇ ਵਿੱਚ ਅਸੀਂ ਕੀ ਕਰਦੇ ਹਾਂ ਜੀ? ਇਨਪੁੱਟ ਪਾਉਂਦੇ ਹਾਂ। ਠੀਕ ਹੈ, ਆਊਟਪੁੱਟ ਨਹੀਂ ਆਉਂਦੀ। ਆਊਟਪੁੱਟ ਡਿਵਾਈਸ ਉਹ ਹੁੰਦੀ ਹੈ ਜੀ ਜਿਹਦੇ ਰਾਹੀਂ ਕੀ ਹੈ ਜੀ ਸਾਨੂੰ ਆਊਟਪੁੱਟ ਮਿਲਦੀ ਹੈ। ਮਤਲਬ ਜਿਵੇਂ ਡੈਸਕਟੋਪ ਹੈ ਤੁਹਾਡਾ, ਠੀਕ ਹੈ, ਕੰਪਿਊਟਰ LED ਸਕਰੀਨ ਹੈ, ਤਾਂ ਉਹ ਕੀ ਹੈ ਜੀ? ਤੁਹਾਡੀ ਆਊਟਪੁੱਟ ਡਿਵਾਈਸ ਹੈ। ਪ੍ਰਿੰਟਰ ਹੈ ਜਿਹੜਾ ਉਹ ਤੁਹਾਡੀ ਕੀ ਹੈ ਜੀ? ਆਊਟਪੁੱਟ ਡਿਵਾਈਸ ਹੈ। ਠੀਕ ਹੈ, ਮਾਊਸ ਹੈ ਜਿਹੜਾ ਉਹ ਕੀ ਹੈ ਜੀ? ਤੁਹਾਡੀ ਇਨਪੁੱਟ ਡਿਵਾਈਸ ਹੈ। ਠੀਕ ਹੈ, ਤਾਂ ਇਹ ਕੈਟਾਗਰੀਜ਼ ਨੇ, ਤਾਂ ਤੁਸੀਂ ਯਾਦ ਰੱਖਣਾ ਹੈ। ਕੀਬੋਰਡ ਦੇ ਵਿੱਚ ਮੇਨਲੀ ਕੀ ਹੈ ਜੀ? 101 ਕੀਜ਼ ਹੁੰਦੀਆਂ ਜੀ। ਠੀਕ ਹੈ, ਜੇ ਹੁਣ ਕੋਈ ਮਤਲਬ ਮਾੜਾ ਮੋਟਾ 19 ਕੀ ਦਾ ਫਰਕ ਪੈ ਗਿਆ ਹੋਵੇ ਤਾਂ ਉਹ ਤੁਸੀਂ ਕੀ ਚੈੱਕ ਕਰ ਸਕਦੇ ਹੋ। ਅਤੇ ਇਹਦੇ ਵਿੱਚ ਆਪਾਂ ਹੋਰ ਕੀ ਯਾਦ ਕਰ ਸਕਦੇ ਹਾਂ? ਦੇਖੋ ਦੋ ਤਰ੍ਹਾਂ ਦੀਆਂ ਕੀਜ਼ ਹੁੰਦੀਆਂ ਨੇ, ਇੱਕ ਹੁੰਦੀਆਂ ਜੀ ਟੌਗਲ ਕੀਜ਼, ਠੀਕ ਹੈ, ਇੱਕ ਹੁੰਦੀਆਂ ਜੀ ਮੋਡੀਫਾਇਰ ਕੀਜ਼। ਧਿਆਨ ਰੱਖਿਓ, ਇਹ ਕੁਐਸਚਨ ਬਹੁਤ ਪੇਪਰ ਦੇ ਵਿੱਚ ਪੁੱਛਦਾ ਹੀ ਰਹਿੰਦਾ।
ਇੱਕ ਹੁੰਦੀਆਂ ਜੀ ਟੌਗਲ ਕੀਜ਼, ਇੱਕ ਹੁੰਦੀਆਂ ਜੀ ਮੋਡੀਫਾਇਰ ਕੀਜ਼। ਮੋਡੀਫਾਇਰ ਕੀਜ਼ ਉਹ ਹੁੰਦੀਆਂ ਜਿਹੜੀਆਂ ਕਿਸੇ ਕੀ ਦੇ ਨਾਲ ਮਿਲ ਕੇ ਕੀ ਹੈ ਜੀ ਉਹਨੂੰ ਮੋਡੀਫਾਈ ਕਰ ਦੇਣ। ਸਮਝੇ ਗੱਲ ਜੀ ਕਿਵੇਂ? ਦੇਖੋ ਕੰਟਰੋਲ ਹੈ ਜਿਹੜੀ ਉਹ ਕਿਹੜੀ ਕੈਟਾਗਰੀ ਦੇ ਵਿੱਚ ਆਉਂਦੀ ਹੈ ਜੀ? ਮੋਡੀਫਾਇਰ ਕੀ ਦੇ ਵਿੱਚ ਆਉਂਦੀ ਹੈ। ਆਲਟ ਹੈ ਜਿਹੜਾ ਇਹ ਕਿਹਦੇ 'ਚ ਆਉਂਦਾ ਜੀ? ਮੋਡੀਫਾਇਰ ਕੀ ਦੀ ਟਾਈਪ ਆ। ਅਤੇ ਸ਼ਿਫਟ ਹੈ ਜਿਹੜਾ ਇਹ ਵੀ ਕੀ ਹੈ ਜੀ? ਮੋਡੀਫਾਇਰ ਕੀ ਦੇ ਵਿੱਚ ਆਉਂਦਾ। ਤਾਂ ਪੇਪਰ ਦੇ ਵਿੱਚ ਪੁੱਛ ਲੈਣਗੇ ਕਿ ਇਹਨਾਂ ਵਿੱਚੋਂ ਕਿਹੜੀ ਮੋਡੀਫਾਇਰ ਕੀ ਹੈ ਜਿਹੜੀ ਨਹੀਂ ਹੈਗੀ। ਠੀਕ ਹੈ, ਤਾਂ ਤੁਸੀਂ ਯਾਦ ਰੱਖਣਾ ਉਹ ਕੀ ਕਰੂਗਾ, ਤੁਹਾਨੂੰ ਇੱਕ ਆਪਸ਼ਨ ਗਲਤ ਪਾ ਦੂਗਾ। ਠੀਕ ਹੈ, ਆਹ ਤਿੰਨੇ ਸਹੀ ਪਾ ਕੇ ਇੱਕ ਗਲਤ ਪਾ ਦੂਗਾ। ਜਿਵੇਂ ਮਰਜ਼ੀ ਅਰੇਂਜ ਕਰਦੇ ਸੈਟਅਪ, ਤੁਸੀਂ ਯਾਦ ਰੱਖਣਾ ਹੈ ਮੋਡੀਫਾਈ ਮਤਲਬ ਕਿਸੇ ਹੋਰ ਅੱਖਰ ਦੇ ਨਾਲ ਤੁਹਾਡਾ ਜਿਹੜਾ ਹੋਰ ਆਊਟਪੁੱਟ ਕੱਢਦੇ ਉਹ ਮੋਡੀਫਾਇਰ ਕੀ ਹੁੰਦੀ ਹੈ। ਕੰਟਰੋਲ, ਸ਼ਿਫਟ ਅਤੇ ਅਲਟ ਕੀ ਹੈ ਜੀ? ਤਿੰਨੇ ਤੁਹਾਡੀਆਂ ਮੋਡੀਫਾਇਰ ਕੀਜ਼ ਨੇ। ਨਮਲੌਕ ਕੀ, ਨਮਲੌਕ ਹੈ ਜਿਹੜਾ ਉਹ ਤੁਹਾਡਾ ਕੀ ਹੈ ਜੀ? ਟੌਗਲ ਕੀ ਹੈ। ਇੱਕ ਕੈਪਸ ਲੌਕ। ਠੀਕ ਹੈ ਜੀ, ਤਾਂ ਮੈਂ ਜਿਹੜੀਆਂ ਬਾਕੀ ਵੀਡੀਓਜ਼ ਨੇ ਉਹ ਹਿੰਦੀ ਦੇ ਵਿੱਚ ਪਾਈਆਂ ਹੋਈਆਂ ਨੇ, ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ। ਤਾਂ ਕੋਈ ਬਾਹਲਾ ਵੱਡਾ ਡਿਫਰੈਂਸ ਨਹੀਂ, ਉਹਦੇ ਵਿੱਚ ਵੀ ਕੀ ਹੈ ਜੀ ਬਹੁਤ ਜ਼ਿਆਦਾ ਖੁੱਲ੍ਹ ਕੇ ਸਮਝਾਇਆ ਹੋਇਆ। ਤਾਂ ਤੁਸੀਂ ਧਿਆਨ ਨਾਲ ਦੇਖੋ, ਬਹੁਤ ਤੁਹਾਨੂੰ ਕੀ ਹੈ ਜੀ ਇੰਪਰੂਵਮੈਂਟ ਦੇਖਣ ਨੂੰ ਮਿਲੂਗੀ। ਠੀਕ ਹੈ ਜੀ, ਟੌਗਲ ਕੀ ਹੈ ਜਿਹੜੀਆਂ ਦੋ ਤਰ੍ਹਾਂ ਦੀਆਂ, ਨਮਲੌਕ ਅਤੇ ਕੈਪਸ ਲੌਕ। ਕੈਪਸ ਲੌਕ ਕੀ ਹੁੰਦੀ ਹੈ ਜੀ? ਦੇਖੋ ਜੀ ਹੁਣ ਤੁਹਾਨੂੰ ਮੈਂ ਇੱਕ ਗੱਲ ਥੋੜ੍ਹੀ ਜਿਹੀ ਸਮਝਾਉਣਾ ਐਗਜ਼ਾਮਪਲ ਦੇ ਨਾਲ। ਤੁਸੀਂ ਕੀ ਕਰਨਾ ਹੈ ਜੀ? ਤੁਸੀਂ ਆਪਣਾ ਨਾਮ ਹੈ ਜਿਹੜਾ ਕੀ ਹੈ ਉਹ ਮੰਨ ਲਓ ਤੁਸੀਂ ਮਾਨਸਾ ਨੂੰ ਕੀ ਕਰਨਾ ਹੈ ਜੀ? ਵੱਡੇ ਅੱਖਰਾਂ 'ਚ ਪਾਉਣਾ ਹੈ। ਜੇ ਤੁਸੀਂ ਸਾਰਾ ਵੱਡੇ ਅੱਖਰਾਂ 'ਚ ਪਾਉਣਾ ਤਾਂ ਤੁਹਾਨੂੰ ਕੀ ਨੱਪਣਾ ਪਊਗਾ ਜੀ? ਕੈਪਸ ਲੌਕ ਕੀ ਨੱਪਣਾ ਪਊ। ਉਹ ਆਟੋਮੈਟਿਕਲੀ ਜਦੋਂ ਨੱਪਤਾ ਤੁਸੀਂ ਤਾਂ ਕੈਪਸ ਲੌਕ ਕੀ ਹੈ ਜਿਹੜੀ ਔਨ ਹੋ ਜੂਗੀ। ਸਾਰੇ ਜਿਹੜੇ ਤੁਹਾਡੇ ਮਾਨਸਾ ਦੇ ਅੱਖਰ ਨੇ ਉਹ ਵੱਡੇ ਪੈ ਜਾਣਗੇ। ਠੀਕ ਹੈ, ਬਟ ਸ਼ਿਫਟ ਇੱਥੇ ਕੀ ਕੰਮ ਕਰੂਗਾ? ਜੇ ਸ਼ਿਫਟ ਨੱਪੋਗੇ ਤਾਂ ਜਿੱਥੇ ਜਿੱਥੇ ਜਿਹੜੀ ਕੀ ਦੇ ਨਾਲ ਸ਼ਿਫਟ ਨੱਪੋਗੇ ਉਹ ਤੁਹਾਡਾ ਜਿਹੜਾ ਅੱਖਰ ਹੈ ਉਹ ਕੈਪੀਟਲ ਪਊਗਾ। ਇਸ ਤੋਂ ਇਲਾਵਾ ਜਦੋਂ ਸ਼ਿਫਟ ਨਹੀਂ ਨੱਪੋਗੇ ਤਾਂ ਤੁਹਾਡੇ ਜਿਹੜੇ ਬਾਕੀ ਨੇ ਉਹ ਸਮੌਲ ਲੈਟਰ ਪੈਣਗੇ। ਇੰਨੀ ਗੱਲ ਕਲੀਅਰ ਹੈ ਜੀ? ਤਾਂ ਯਾਦ ਰੱਖਿਓ। ਰਿਸਾਈਕਲ ਬਿਨ, ਰਿਸਾਈਕਲ ਬਿਨ ਕੀ ਹੈ ਜੀ? ਜਦੋਂ ਵੀ ਅਸੀਂ ਕੋਈ ਵੀ ਚੀਜ਼ ਕੀ ਹੈ ਡਿਲੀਟ ਕਰਦੇ ਹਾਂ ਤਾਂ ਉਹ ਬੇਸਿਕਲੀ ਕਿੱਥੇ ਜਾਂਦੀ ਹੈ? ਰਿਸਾਈਕਲ ਬਿਨ ਦੇ ਵਿੱਚ ਜਾਂਦੀ ਹੈ। ਤਾਂ ਇਹ ਕੁਐਸਚਨ ਵੀ ਪੁੱਛ ਸਕਦੇ ਨੇ। ਮਾਈ ਕੰਪਿਊਟਰ ਇਹ ਇੱਕ ਫੋਲਡਰ ਹੁੰਦਾ ਜੀ, ਉਹਦੇ ਵਿੱਚ ਤੁਹਾਡੀਆਂ ਕੀ ਨੇ ਜੀ ਸਾਰੀਆਂ ਐਪਲੀਕੇਸ਼ਨਸ ਹੁੰਦੀਆਂ ਨੇ। ਤਾਂ ਚੱਲਦੇ ਹਾਂ ਚੌਥੇ ਕੁਐਸਚਨ ਵੱਲ। ਵਿਚ ਆਫ ਦਾ ਫੋਲੋਇੰਗ ਇਜ਼ ਐਨ ਆਪਰੇਟਿੰਗ ਸਿਸਟਮ। ਇਹਨਾਂ ਵਿੱਚੋਂ ਕੀ ਹੈ ਜੀ ਕਿਹੜਾ ਜਿਹੜਾ ਆਪਰੇਟਿੰਗ ਸਿਸਟਮ ਹੈ? ਤਾਂ ਇਹ ਆਪਸ਼ਨ ਹੈ ਜਿਹੜਾ ਜੀ ਉਹ ਕੀ ਹੁੰਦਾ ਜੀ? ਲਾਈਨੈਕਸ। ਲਾਈਨੈਕਸ ਕੀ ਹੈ ਜੀ? ਆਪਰੇਟਿੰਗ ਸਿਸਟਮ ਹੈ ਜੀ। ਠੀਕ ਹੈ, ਲਾਈਨੈਕਸ ਕੀ ਹੈ ਜੀ? ਆਪਰੇਟਿੰਗ ਸਿਸਟਮ ਹੈ, ਬਹੁਤ ਇੰਪੋਰਟੈਂਟ ਹੈ ਜੀ। ਡੀਬਗਰ, ਦੇਖੋ ਜੀ ਡੀਬਗਰ ਕੀ ਤੋਂ ਬਣਿਆ ਹੋਇਆ ਸ਼ਬਦ ਹੈ ਜੀ? ਪਹਿਲੀ ਗੱਲ ਤਾਂ ਕੀ ਹੈ, ਇੱਕ ਬੱਗ ਸ਼ਬਦ ਤੁਸੀਂ ਸੁਣਿਆ ਹੋਊ ਕੰਪਿਊਟਰ ਦੀ ਭਾਸ਼ਾ ਦੇ ਵਿੱਚ ਬੱਗ ਸ਼ਬਦ ਹੁੰਦਾ ਹੈ ਜਿਹਨੂੰ ਕਹਿੰਦੇ ਹੁੰਦੇ ਨੇ ਜੀ ਐਰਰ। ਐਰਰ ਕੀ ਹੁੰਦਾ ਹੈ? ਮਤਲਬ ਕੋਈ ਮਿਸਟੇਕ। ਠੀਕ ਹੈ, ਕੰਪਿਊਟਰ ਦੀ ਭਾਸ਼ਾ ਦੇ ਵਿੱਚ ਐਰਰ ਨੂੰ ਕੀ ਕਹਿੰਦੇ ਨੇ ਜੀ? ਬੱਗ ਕਹਿੰਦੇ ਨੇ। ਪਹਿਲੀ ਗੱਲ ਪੁੱਛ ਸਕਦਾ ਪੇਪਰ ਦੇ ਵਿੱਚ, ਐਨ ਐਰਰ ਇਜ਼ ਕਾਲਡ, ਤਾਂ ਤੁਸੀਂ ਕਹੋਗੇ ਬੱਗ। ਠੀਕ ਹੈ ਜੀ, ਦੂਜੀ ਗੱਲ ਜਦੋਂ ਅਸੀਂ ਐਰਰ ਨੂੰ ਕੀ ਕਰਦੇ ਹਾਂ ਜੀ? ਰਿਮੂਵ ਕਰਦੇ ਹਾਂ। ਜਦੋਂ ਅਸੀਂ ਐਰਰ ਨੂੰ ਰਿਮੂਵ ਕਰਦੇ ਹਾਂ ਮਤਲਬ ਬੱਗ ਨੂੰ ਕੀ ਕਰਦੇ ਹਾਂ? ਰਿਮੂਵ ਕਰਦੇ ਹਾਂ, ਤਾਂ ਉਹਨੂੰ ਕੀ ਕਹਿੰਦੇ ਨੇ ਜੀ? ਡੀਬਗਿੰਗ। ਠੀਕ ਹੈ, ਡੀਬਗਿੰਗ ਮਤਲਬ ਡੀ ਦਾ ਮਤਲਬ ਕੀ ਹੁੰਦਾ ਇੰਗਲਿਸ਼ ਦੇ ਵਿੱਚ? ਨੈਗੇਟਿਵ ਦੇ ਵਿੱਚ ਲੈ ਲਿਆ। ਠੀਕ ਹੈ, ਡੀਬਗਿੰਗ। ਕਲੀਅਰ ਹੈ ਜੀ? ਤਾਂ ਇਹ ਗੱਲ ਇੱਥੋਂ ਬਣ ਗਈ। ਗੂਗਲ ਕ੍ਰੋਮ, ਗੂਗਲ ਕ੍ਰੋਮ ਕੀ ਹੈ ਜੀ? ਤੁਹਾਡਾ ਕ੍ਰੋਮ ਜਿਵੇਂ ਆਪਣੇ ਵੈਬ ਬਰਾਊਜ਼ਰ ਨੇ। ਠੀਕ ਹੈ ਜੀ, ਤਾਂ ਵੈਬ ਬਰਾਊਜ਼ਰ ਨੇ ਜਿਵੇਂ ਮੋਜ਼ਰੀਲਾ, ਠੀਕ ਹੈ, ਫਾਇਰਫੌਕਸ। ਠੀਕ ਹੈ, ਇਹ ਸਾਰੇ ਕੀ ਨੇ ਜੀ? ਵੈਬ ਬਰਾਊਜ਼ਰ ਨੇ। ਚੱਲਦੇ ਹਾਂ ਫਿਫਥ ਕੁਐਸਚਨ ਦੇ ਵੱਲ। ਵਿਚ ਆਫ ਦਾ ਫੋਲੋਇੰਗ ਕੇਬਲਸ ਕੈਨ ਟਰਾਂਸਮਿਟ ਡਾਟਾ ਐਟ ਹਾਈ ਸਪੀਡਸ। ਹਾਈ ਸਪੀਡ ਦੇ ਵਿੱਚ ਜਿਹੜਾ ਡਾਟਾ ਟਰਾਂਸਮਿਟ ਕਰਦੀਆਂ ਉਹ ਕਿਹੜੀਆਂ ਕੇਬਲਸ ਕਰਦੀਆਂ ਜੀ? ਫਲੈਟ ਕੇਬਲਸ ਕਰਦੀਆਂ ਨੇ। ਠੀਕ ਹੈ, ਯਾਦ ਰੱਖਿਓ ਇਹ ਆਪਸ਼ਨ ਇਹਦਾ ਸਹੀ ਆਨਸਰ ਹੈ। ਠੀਕ ਹੈ ਜੀ। ਵਟ ਇਜ਼ ਦਾ ਬੇਸ ਆਫ ਹੈਕਸਾਡੈਸੀਮਲ ਨੰਬਰ ਸਿਸਟਮ। ਤੁਸੀਂ ਕੀ ਹੈ ਜੀ? ਨੰਬਰ ਸਿਸਟਮ ਇੱਕ ਚੈਪਟਰ ਹੈ ਜਿਹਦੇ ਵਿੱਚ ਆਪਾਂ ਕੀ ਕਰਦੇ ਹਾਂ ਜੀ? ਕਨਵਰਟ ਕਰਨਾ ਹੁੰਦਾ, ਮਤਲਬ ਤੁਹਾਡਾ ਬੇਸ ਦਿੱਤਾ ਹੁੰਦਾ। ਜਿਵੇਂ ਫੋਰ ਐਗਜ਼ਾਮਪਲ ਮੈਂ ਆਹ ਕੀ ਹੁੰਦਾ ਜੀ? ਜਿਵੇਂ 25 ਦੇ ਥੱਲੇ 10 ਲਿਖਿਆ ਹੋਇਆ ਤਾਂ ਇਹ ਕੀ ਹੈ ਜੀ? ਤੁਹਾਡਾ ਬੇਸ ਹੈ। ਠੀਕ ਹੈ, ਤਾਂ ਇਹੀ ਇਹਨੇ ਕੁਐਸਚਨ ਪੁੱਛਿਆ। ਪਹਿਲਾਂ ਆਪਾਂ ਇਹਨੂੰ ਕਲੀਅਰ ਕਰੀਏ। ਕਹਿੰਦਾ ਹੈਕਸਾਡੈਸੀਮਲ ਨੰਬਰ ਸਿਸਟਮ ਦਾ ਜਿਹੜਾ ਬੇਸ ਹੁੰਦਾ ਉਹ ਕਿਹੜਾ ਹੁੰਦਾ ਜੀ? ਕੀ ਹੁੰਦਾ? ਦੇਖੋ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ ਸੀ ਆਪਸ਼ਨ 16। ਹੈਕਸਾਡੈਸੀਮਲ ਦਾ ਜਿਹੜਾ ਬੇਸ ਹੁੰਦਾ ਜੀ ਉਹ ਹੁੰਦਾ 16। ਕਲੀਅਰ ਹੈ ਜੀ? 2 ਕਿਹਦਾ ਹੁੰਦਾ ਜੀ? ਬਾਈਨਰੀ ਨੰਬਰ ਸਿਸਟਮ ਦਾ ਹੁੰਦਾ। 8 ਕਿਹਦਾ ਹੁੰਦਾ ਜੀ? ਔਕਟਲ, ਔਕਟਾ। ਠੀਕ ਹੈ, 16 ਹੈਕਸਾਡੈਸੀਮਲ ਦਾ ਅਤੇ 10 ਕਿਹਦਾ ਹੁੰਦਾ ਜੀ? ਡੈਸੀਮਲ ਦਾ। ਕਲੀਅਰ ਹੈ ਜੀ? ਤਾਂ ਇਹ ਕੀ ਹੈ ਜੀ? ਇੱਕ ਆਪਾਂ ਚੈਪਟਰ ਅੱਗੇ ਕੋਸ਼ਿਸ਼ ਕਰਾਂਗੇ ਵੀ ਪੜ੍ਹੀਏ ਉਹਨੂੰ ਸੋਲਵ ਕਰਨ ਦਾ। ਜਿਹੜੇ ਆਪਾਂ ਕਹਿੰਦੇ ਬਾਈਨਰੀ ਟੂ ਹੈਕਸਾਡੈਸੀਮਲ ਕਨਵਰਟ ਕਰੋ, ਹੈਕਸਾਡੈਸੀਮਲ ਟੂ ਔਕਟਾ ਦੇ ਵਿੱਚ ਕਨਵਰਟ ਕਰੋ, ਬਾਈਨਰੀ ਨੂੰ ਔਕਟਾ ਦੇ ਵਿੱਚ ਕਨਵਰਟ ਕਰੋ। ਤਾਂ ਇਸ ਤਰ੍ਹਾਂ ਦੇ ਕੁਐਸਚਨ ਹੈ ਜਿਹੜੇ ਐਗਜ਼ਾਮ ਦੇ ਵਿੱਚ
ਪੁੱਛਦਾ ਰਹਿੰਦਾ ਹੈ ਤਾਂ ਤੁਸੀਂ ਕੀ ਹੈ ਜੀ ਧਿਆਨ ਰੱਖਣਾ ਹੈਕਸਾਡੈਸੀਮਲ ਦਾ ਜਿਹੜਾ ਬੇਸ ਆ ਉਹ 16 ਹੈ। ਕਲੀਅਰ ਹੈ ਜੀ। 7th question, what is the name given to the temporary storage area that web browser use to store pages and graphics that it has recently opened? ਦੇਖੋ ਜੀ ਬਹੁਤ ਵਧੀਆ ਕੁਐਸਚਨ ਹੈ। ਬਹੁਤ ਬੱਚੇ ਕੀ ਕਰਦੇ ਨੇ ਕੈਚੇ ਲਾਏ ਹੋਣਗੇ ਇਹਦੇ ਤੇ। ਤਾਂ ਕੁਐਸਚਨ ਨੂੰ ਸਮਝੋ ਜੀ, ਇਹ ਕੁਐਸਚਨ ਦਾ ਜਿਹੜਾ ਆਨਸਰ ਬਣੂਗਾ ਉਹ ਬਣੂਗਾ ਜੀ ਕੁਕੀਜ਼। ਕਲੀਅਰ ਹੈ ਜੀ। ਕੁਕੀਜ਼ ਆਨਸਰ ਬਣੂਗਾ। ਕੁਕੀਜ਼ ਹੁਣ ਹੈਗੀ ਚੀਜ਼, ਦੇਖੋ ਜਦੋਂ ਵੀ ਕੋਈ ਤੁਸੀਂ ਇੰਟਰਨੈਟ 'ਤੇ ਕੋਈ ਫਾਈਲ ਖੋਲ੍ਹਦੇ ਹੋ, ਠੀਕ ਹੈ, ਫਾਈਲ ਖੋਲ੍ਹਦੇ ਹੋ ਤਾਂ ਉਹ ਕੀ ਹੁੰਦਾ ਜੀ, ਤੁਹਾਡੀ ਮਤਲਬ ਸਰਚ ਦੇ ਵਿੱਚ ਆਉਣ ਲੱਗ ਜਾਂਦੀ ਹੈ। ਮੰਨ ਲਓ ਤੁਸੀਂ ਕੀ ਖੋਲ੍ਹਿਆ, ਮਾਨਸਾਪੁਰ ਜੀਕੇ ਚੈਨਲ ਖੋਲ੍ਹਿਆ, ਠੀਕ ਹੈ, ਤਾਂ ਆਟੋਮੈਟਿਕਲੀ ਉਹ ਕੁਕੀਜ਼ ਦੇ ਵਿੱਚ ਕੀ ਹੋ ਜਾਊਗਾ ਜੀ, ਸਟੋਰ ਹੋ ਜਾਊਗਾ, ਠੀਕ ਹੈ। ਅਤੇ ਉਹ ਵਾਰੀ ਵਾਰੀ ਤੁਹਾਨੂੰ ਕੀ ਹੈ ਜੀ, ਉਹੀ ਤੁਹਾਡਾ ਜਿਹੜਾ ਡਾਟਾ ਉਹਦੇ ਵਿੱਚ ਪਿਆ ਉਹੀ ਦਿਖਾਈ ਜਾਊਗਾ। ਮਤਲਬ ਕੀ ਹੈ, ਉਹ ਕੁਕੀਜ਼ ਕਹਾਉਂਦੀ ਹੈ। ਕੋਈ ਵੀ ਚੀਜ਼ ਹੈ, ਮਤਲਬ ਤੁਸੀਂ ਕੋਈ ਕਹਿਤਾ ਵੀ ਤੁਸੀਂ ਕੋਈ ਪੰਜਾਬੀ ਫਿਲਮ ਦੇਖਣੀ ਹੈ, ਠੀਕ ਹੈ, ਤਾਂ ਤੁਸੀਂ ਕੀ ਕੀਤਾ ਜੀ, ਸਰਚ ਮਾਰ ਲਈ ਉਹ, ਠੀਕ ਹੈ, ਤਾਂ ਉਦੋਂ ਬਾਅਦ ਉਹਦੇ ਨਾਲ ਦੀਆਂ 1 ਜਾਂ 2 ਘੰਟਿਆਂ ਬਾਅਦ ਵੀ ਤੁਹਾਨੂੰ ਉਹੋ ਜਿਹੀਆਂ ਚੀਜ਼ਾਂ ਹੀ ਦੇਖਣ ਨੂੰ ਮਿਲਣਗੀਆਂ, ਠੀਕ ਹੈ। ਤਾਂ ਇੱਕ ਕੀ ਹੁੰਦਾ ਜੀ, ਉਹਨੂੰ ਉਹ ਇੱਕ ਕੁਕੀਜ਼ ਫੋਲਡਰ ਬਣ ਜਾਂਦਾ। ਫੋਲਡਰ ਵੀ ਨਹੀਂ ਕਹਿ ਸਕਦੇ, ਇੱਕ ਟਰਮ ਵਰਤੀ ਜਾਂਦੀ ਹੈ, ਅਤੇ ਕੀ ਉਹ ਚੀਜ਼ਾਂ ਤੁਹਾਡੀਆਂ ਜਿਹੜੀਆਂ ਨੇ ਯਾਰ ਉਹ ਸਟੋਰ ਹੋ ਜਾਂਦੀਆਂ ਪੇਜ ਦੇ ਵਿੱਚ, ਠੀਕ ਹੈ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ ਕੁਕੀਜ਼। ਕਲੀਅਰ ਹੈ ਜੀ। ਹੁਣ ਦੇਖੋ ਕੈਚੇ ਮੈਮਰੀ ਹੁੰਦੀ ਹੈ ਜੀ, ਠੀਕ ਹੈ, ਪਤਾ ਹੋਊ ਸਾਰਿਆਂ ਨੂੰ ਕੈਚੇ ਮੈਮਰੀ ਹੁੰਦੀ ਹੈ। ਪੇਪਰ ਦੇ ਵਿੱਚ ਪੁੱਛੇ ਸਾਰਿਆਂ ਨਾਲੋਂ ਫਾਸਟ ਮੈਮਰੀ ਕਿਹੜੀ ਹੈ ਜੀ, ਉਹ ਹੈਗੀ ਹੈ ਜੀ ਰਜਿਸਟਰ ਮੈਮਰੀ। ਕੈਚੇ ਮੈਮਰੀ 'ਤੇ ਵੀ ਆਉਂਦੇ ਆਪਾਂ। ਰਜਿਸਟਰ ਮੈਮਰੀ ਹੈ ਜਿਹੜੀ ਉਹ ਕੀ ਹੈ ਜੀ, ਫਾਸਟ ਮੈਮਰੀ ਹੈ ਜੀ, ਠੀਕ ਹੈ। ਬਟ ਕਈ ਵਾਰ ਨਾ ਆਪਸ਼ਨ ਦੇ ਵਿੱਚ ਰਜਿਸਟਰ ਮੈਮਰੀ ਦੇਖਣ ਨੂੰ ਨਹੀਂ ਮਿਲਦੀ, ਤਾਂ ਦੇਖਣ ਨੂੰ ਕਿਹੜੀ ਮਿਲਦੀ ਹੈ, ਕੈਚੇ ਮੈਮਰੀ ਮਿਲਦੀ ਹੈ। ਤਾਂ ਉਦੋਂ ਤੁਸੀਂ ਕੀ ਲਾ ਕੇ ਆਉਣਾ ਜੀ, ਕੈਚੇ ਮੈਮਰੀ ਲਾ ਕੇ ਆਉਣਾ। ਜੇ ਕੈਚੇ ਮੈਮਰੀ ਅਤੇ ਰਜਿਸਟਰ ਮੈਮਰੀ ਦੋਨੇ ਮੌਜੂਦ ਨੇ ਤਾਂ ਤੁਸੀਂ ਕਿਤੇ ਲਾਉਣਾ ਜੀ, ਰਜਿਸਟਰ ਮੈਮਰੀ 'ਤੇ ਤੁਸੀਂ ਟਿਕ ਕਰਕੇ ਆਨਸਰ ਲਾ ਕੇ ਆਉਣਾ। ਕਲੀਅਰ ਹੈ ਜੀ। ਔਰੈਕਲ ਇਜ਼ ਐਨ ਐਗਜ਼ਾਮਪਲ ਆਫ ਡੈਸ਼ ਐਪਲੀਕੇਸ਼ਨ ਸੋਫਟਵੇਅਰ। ਤਾਂ ਇਹਦਾ ਸਿੱਧਾ ਆਨਸਰ ਹੈ ਜੀ ਏ ਆਪਸ਼ਨ, ਡਾਟਾਬੇਸ। ਕਈ ਬੱਚਿਆਂ ਨੇ ਗ੍ਰੈਜੂਏਸ਼ਨ ਦੇ ਵਿੱਚ ਜਿਨ੍ਹਾਂ ਨੇ IT ਵਗੈਰਾ ਕੀਤੀ ਹੈ ਜਾਂ MSc ਮਾਸਟਰ ਡਿਗਰੀ ਕੀਤੀ ਹੋਈ MC ਵਗੈਰਾ, ਠੀਕ ਹੈ, ਤਾਂ ਔਰੈਕਲ ਇੱਕ ਸਬਜੈਕਟ ਹੁੰਦਾ ਸੀਗਾ, ਤਾਂ ਉਹ ਕਿਹਦੀ ਐਗਜ਼ਾਮਪਲ ਹੈ ਜੀ, ਡਾਟਾਬੇਸ ਹੈ, ਠੀਕ ਹੈ। 1 ਲਾਈਨਰ ਹੈ, ਐਜ਼ ਇਟ ਇਜ਼ ਯਾਦ ਰੱਖਣਾ ਪੈਣਾ। ਪ੍ਰਾਇਮਰੀ ਕੀ ਇਜ਼ ਆ, ਤਾਂ B ਆਪਸ਼ਨ ਯੂਨੀਕ ਕੀ ਹੈ ਜੀ, ਪ੍ਰਾਇਮਰੀ ਕੀ ਕਿਹੜੀ ਹੈ ਜੀ, ਯੂਨੀਕ ਕੀ ਵੀ ਕਹਿੰਦੇ ਨੇ, ਤਾਂ ਯਾਦ ਰੱਖਿਓ। 10th ਕੁਐਸਚਨ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਆ ਕੰਪਿਊਟਰ ਪ੍ਰੋਗਰਾਮਿੰਗ ਲੈਂਗੁਏਜ। ਇਹਨਾਂ ਵਿੱਚੋਂ ਕਿਹੜੀ ਹੈ ਜਿਹੜੀ ਕੰਪਿਊਟਰ ਪ੍ਰੋਗਰਾਮਿੰਗ ਲੈਂਗੁਏਜ ਨਹੀਂ ਹੈਗੀ। ਸੀ ਸਭ ਨੂੰ ਪਤਾ ਜੀ ਹੈਗੀ ਹੈ, C++ ਬਿਲਕੁਲ ਜੀ ਹੈਗੀ ਹੈ, ਜਾਵਾ ਹੈਗੀ ਹੈ ਜੀ, ਕਬੋਲ ਬਿਲਕੁਲ ਹੈਗੀ ਹੈ ਜੀ, ਅਤੇ ਇਹ ਨਹੀਂ ਹੈਗੀ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ E ਆਪਸ਼ਨ, ਮਾਈਕਰੋਸੋਫਟ ਕੋਈ ਲੈਂਗੁਏਜ ਨਹੀਂ ਹੈਗੀ। ਮਾਈਕਰੋਸੋਫਟ ਕੀ ਹੈ ਜੀ, ਇਹ ਕਿਹਨੇ ਬਣਾਇਆ ਸੀ, ਠੀਕ ਹੈ, ਇਹਦੇ 'ਤੇ ਰਿਲੇਟਡ ਕੁਐਸਚਨ ਹੈ ਜੀ, ਤਾਂ ਬਿਲ ਗੇਟਸ। ਮਾਈਕਰੋਸੋਫਟ ਕੋਈ ਲੈਂਗੁਏਜ ਨਹੀਂ ਹੈਗੀ, ਠੀਕ ਹੈ। ਮਾਈਕਰੋਸੋਫਟ ਜਿਵੇਂ ਵਿੰਡੋਜ਼ ਆ ਗਈਆਂ, ਠੀਕ ਹੈ, ਇਹ ਸਾਰੀਆਂ ਮਾਈਕਰੋਸੋਫਟ ਦੀ ਦੇਣ ਨੇ, ਠੀਕ ਹੈ ਜੀ। ਪੇਪਰ 'ਚ ਕਈ ਵਾਰ ਪੁੱਛ ਲੈਣ। ਮਾਈਕਰੋਸੋਫਟ ਦਾ ਜਿਹੜਾ ਫਾਊਂਡਰ ਹੈ ਉਹ ਕੀ ਹੈ ਜੀ, ਬਿਲ ਗੇਟਸ ਹੈ। ਮੈਂ ਫਾਊਂਡਿੰਗ ਦੇ ਨਾਲ ਰਿਲੇਟਡ ਇੱਕ ਵੀਡੀਓ ਪਾਈ ਹੋਈ ਹੈ, ਤਾਂ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ। ਬਿਲ ਗੇਟਸ ਦੇ ਨਾਲ ਇੱਕ ਹੋਰ ਬੰਦਾ ਵੀ ਸੀਗਾ ਜਿਹੜਾ ਇਹਦਾ ਅਸਿਸਟੈਂਟ ਜਾਂ ਆਪਾਂ ਹੈਲਪਰ ਕਹਿ ਦਈਏ, ਤਾਂ ਉਹ ਵੀ ਦੇਖਣ ਨੂੰ ਜੇ ਮਿਲ ਜੇ, ਤਾਂ ਪੌਲ ਐਲਨ। ਕਲੀਅਰ ਹੈ ਜੀ। ਬਿਲ ਗੇਟਸ ਅਤੇ ਪੌਲ ਐਲਨ। ਕਲੀਅਰ ਹੈ ਜੀ। ਹੁਣ ਆਪਸ਼ਨ ਦੇ ਵਿੱਚ ਪਿਆ ਜੀ ਸੀ ਲੈਂਗੁਏਜ ਦਾ ਜੇ ਫਾਊਂਡਰ ਪੁੱਛ ਲੈਣ ਤਾਂ ਕੌਣ ਹੈ ਜੀ, ਡੈਨਿਸ ਰਿਚੀ। ਇੱਕ ਨਾ ਅੱਧਾ ਕੁਐਸਚਨ ਫਾਊਂਡਿੰਗ ਰਿਲੇਟਡ ਟਰਮ ਦੇ ਉੱਤੇ ਕੰਪਿਊਟਰ ਦੇ ਵਿੱਚ ਆ ਜਾਂਦਾ ਹੈ, ਠੀਕ ਹੈ, ਤਾਂ ਤੁਸੀਂ ਦੇਖ ਸਕਦੇ ਹੋ ਡੈਨਿਸ ਰਿਚੀ। ਸੀ ਲੈਂਗੁਏਜ ਦਾ ਫਾਦਰ ਕੌਣ ਹੈ ਜੀ, ਡੈਨਿਸ ਰਿਚੀ। C++ ਦਾ ਇਹਦਾ ਨਾਮ ਹੈਗਾ ਜੀ ਬਜ਼ਾਰਨੇ ਸਟ੍ਰੌਸਟਪ, ਠੀਕ ਹੈ। ਮੈਂ ਥੋੜ੍ਹਾ ਜਿਹਾ ਪ੍ਰੋਨਾਊਂਸ ਹੋਰ ਤਰੀਕੇ ਨਾਲ ਕਰਦਾ, ਠੀਕ ਹੈ, ਜਾਂ ਬਾਈ ਮਿਸਟੇਕ ਕੋਈ ਸਪੈਲਿੰਗ ਉਰਾਂ ਪਰਾਂ ਹੋ ਜੇ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਬਜ਼ਾਰਨੇ ਸਟ੍ਰੌਸਟਪ, ਠੀਕ ਹੈ, C++ ਦਾ। ਜੇ ਜਾਵਾ ਪੁੱਛ ਲੇ ਤਾਂ ਇਹਦਾ ਜਿਹੜਾ ਫਾਦਰ ਆ ਕੌਣ ਹੈ ਜੀ, ਜੇਮਸ। ਜੇ ਤੇ ਜਾਵਾ, ਜੇ ਤੇ ਜੇਮਸ ਗੋਸਲਿੰਗ। ਇੰਨੀ ਗੱਲ ਕਲੀਅਰ ਹੈ ਜੀ। ਦੇਖੋ ਜੀ, ਠੀਕ ਹੈ, ਮਾਈਕਰੋਸੋਫਟ ਦਾ ਬਿਲ ਗੇਟਸ, C ਦਾ ਡੈਨਿਸ ਰਿਚੀ, C++ ਦਾ ਬਜ਼ਾਰਨੇ ਸਟ੍ਰੌਸਟਪ, ਜਾਵਾ ਦਾ ਜੇਮਸ ਗੋਸਲਿੰਗ, ਠੀਕ ਹੈ ਜੀ। ਹੁਣ ਇੱਥੇ ਕਬੋਲ
ਕਬੋਲ ਜਿਹੜੀ ਲੈਂਗੁਏਜ ਆ, ਪੇਪਰ ਦੇ ਵਿੱਚ ਇਹਦੇ ਫੁੱਲ ਫਾਰਮ ਪੁੱਛ ਲੈਂਦੇ ਨੇ, ਇੰਨੀ ਗੱਲ ਯਾਦ ਰੱਖਿਓ। ਸੈਕਿੰਡ ਜਨਰੇਸ਼ਨ ਜਿਹੜੇ ਕੰਪਿਊਟਰ ਸੀ ਉਹ ਕਿਹੜੀ ਲੈਂਗੁਏਜ ਵਰਤਦੇ ਸੀ? ਕਬੋਲ, ਤੇ ਇੱਕ ਲੈਂਗੁਏਜ ਹੋਰ ਸੀਗੀ ਕਿਹੜੀ? ਫੋਰਟਰੈਨ। ਠੀਕ ਹੈ, ਦੋਨਾਂ ਬਾਰੇ ਡਿਸਕਸ ਕਰਾਂਗੇ। ਪਹਿਲਾਂ ਮੈਂ ਤੁਹਾਨੂੰ ਕਬੋਲ ਦੀ ਕੀ ਹੈ ਜੀ ਫੁੱਲ ਫਾਰਮ ਦੱਸ ਦਿਆਂ। ਸੀ ਤੇ ਹੈਗਾ ਜੀ ਕਾਮਨ, ਬੀ ਸੀ ਓ ਤੇ ਹੈਗਾ ਜੀ ਕਾਮਨ, ਠੀਕ ਹੈ। ਬੀ ਤੋਂ ਤੁਸੀਂ ਬਣਾਉਣਾ ਬਿਜ਼ਨਸ, ਓ ਤੋਂ ਬਣਾਉਣਾ ਜੀ ਤੁਸੀਂ ਓਰੀਐਂਟਡ, ਐਲ ਤੋਂ ਬਣਾਉਣਾ ਜੀ ਤੁਸੀਂ ਲੈਂਗੁਏਜ। ਕਲੀਅਰ ਹੈ ਜੀ? ਕਾਮਨ, ਬਿਜ਼ਨਸ, ਓਰੀਐਂਟਡ, ਲੈਂਗੁਏਜ। ਠੀਕ ਹੈ ਜੀ। ਸੈਕਿੰਡ ਜਨਰੇਸ਼ਨ ਦੀ ਇਹ ਕੀ ਹੈ ਜੀ ਲੈਂਗੁਏਜ ਹੈ। ਫੋਰਟਰੈਨ ਦੀ ਹੁਣ ਜੇ ਮੈਂ ਗੱਲ ਕਰਾਂ, ਇਹਦੀ ਜਿਹੜੀ ਫੁੱਲ ਫਾਰਮ ਹੈਗੀ ਹੈ ਜੀ ਫੋਰਟਰੈਨ, ਫਾਰਮੂਲਾ ट्रांसलेशन। ठीक है जी, फार्मूला ट्रांसलेशन की है जिहदी फुल फॉर्म है। तो चलते हैं नैक्सट दे वल। विच ऑफ द फॉलोइंग इज़ नॉट एन ऑपरेटिंग सिस्टम, इन्हां दे विचों किहड़ा जी जिहड़ा वो ऑपरेटिंग सिस्टम नहीं हैगा? तो DBMS, डी ऑप्शन यह की है जी ऑपरेटिंग सिस्टम नहीं हैगा। ठीक है, DBMS की पेपर च फुल फॉर्म पूछ लैन, डाटा बेस मैनेजमेंट। कई बच्चों ने ग्रैजुएशन के भी सबजैक्ट की है जी तुहाडा पढ़िया होगा। पहला DBMS आउंदा सी, उस तो बाद की आ जाता सी RDBMS। ठीक है जी, आर का मतलब आ जाता सी इत्थे जी रिलेशनल। ठीक है, बाकी सारा सेम। की गल दसी है जी मैं, DBMS की जी फुल फॉर्म है जी वो डाटा बेस मैनेजमेंट सिस्टम, RDBMS की है जी रिलेशनल डाटा बेस मैनेजमेंट सिस्टम। ठीक है जी। मैक की फुल फॉर्म पूछ लैन, मीडिया एक्सैस कंट्रोल। ठीक है जी। पेपर च पूछ लैन मैक जिहड़ा एड्रैस हुंदा किन्ने बिट्स का हुंदा जी? 48 बिट्स का हुंदा। क्लीयर है जी, 48 बिट्स का हुंदा जी। याद रखियो। एक बिट के नाल रिलेटेड मैनूं एक गल होर याद आई है जी, एक हुंदा जी IPv4, एक हुंदा जी IPv6। ठीक है जी। IPv4 तो IPv6 है जिहड़ा वो कितना गुणा वड्डा हुंदा जी? ये हुंदा जी 4 गुणा वड्डा हुंदा है। ठीक है, ये 32 बिट्स का हुंदा जी। ये आया हुआ क्वेश्चन है जी पेपर दे विच, 32 बिट्स का, ये हुंदा जी 128 बिट्स का। क्लीयर है जी। IPv4 दे नालों IPv6 है जिहड़ा ये की है जी 4 गुणा वड्डा हुंदा है। क्यों जी? क्योंकि IPv4 है जिहड़ा है 32 बिट्स का हुंदा है, IPv6 है जिहड़ा वो 128 बिट्स का हुंदा है। तो हो गया ना फिर 4 गुणा। ठीक है जी, तो याद रखियो। 12th क्वेश्चन, 1 निबल इज़ इक्वल टू हाउ मैनी बिट्स? बहुत बच्चे ये क्वेश्चन के बहुत कन्फ्यूज होंगे ने। तो जिहड़ा इहदा सही आंसर है जी वो हैगा जी 8 बिट्स। ठीक है, एक निबल है जिहड़ी 8 बिट के बराबर होंदी है। ठीक है जी, एक निबल 8 बिट्स के बराबर होंदी है एक बाइट दे विच। हुण देखो इत्थे मैं तुहानूं क्वेश्चन बना के दिखाउणा है। एक बाइट पूछे तो बिट नहीं बाइट, एक बाइट दे विच कितनियां बिट्स होंदियां ने जी? 8 बिट्स होंदियां ने। क्लीयर है जी। एक बाइट दे विच कितनियां बिट्स होंदियां ने जी? 8 बिट्स होंदियां ने। ठीक है, एक निबल दे विच कितनियां बिट्स होंदियां ने जी? 8 बिट्स होंदियां ने। ठीक है, तो 2 की होंदियां जी? बाइट्स होंदियां ने। कि मैं सही किया? देखते हैं दोबारे। एक बाइट के 8 बिट्स होंदियां ने। ठीक है, एक निबल के कितनियां बिट्स होंदियां ने जी? एक निबल के होंदियां, एक बाइट के 8 बिट्स, एक निबल के 2 बाइट्स। ठीक है जी, तो याद रखियो सही है जी, बी ऑप्शन इसका सही आंसर है। वेरीफिकेशन ऑफ अ लॉगिन नेम एंड पासवर्ड इज़ नोन एज, तो इनू कहते हैं जी ऑथेंटिकेशन। जो भी तुसी की करते हो वैरीफाई करते हो लॉगिन नेम तो पासवर्ड नू, उन्होंने कहते हैं जी ऑथेंटिकेशन। ऑथेंटिकेशन, सी ऑप्शन इसका सही आंसर है। ठीक है जी। विच ऑफ द फॉलोइंग कैन बी यूज्ड टू सिलैक्ट द अंटायर डाकूमेंट? अंटायर डाकूमेंट नू सिलैक्ट करने वास्ते
ਕਿਹੜੀ ਸ਼ਾਰਟਕਟ ਕੀ ਵਰਤੀ ਜਾਂਦੀ ਹੈ? ਏ ਆਪਸ਼ਨ ਕੰਟਰੋਲ ਏ। ਕੰਟਰੋਲ ਏ ਇਹਦਾ ਸਹੀ ਆਨਸਰ ਹੈ ਜੀ। ਜੇ ਪੇਪਰ 'ਚ ਪੁੱਛ ਲੈਣ ਕੰਟਰੋਲ ਡੀ ਕਾਹਦੇ ਵਾਸਤੇ ਸ਼ਾਰਟਕਟ ਕੀ ਹੈ ਜੀ? ਇਹ ਹੈਗੇ ਜੀ ਫਿਲ ਦਾ ਸੈੱਲ। ਠੀਕ ਹੈ ਜੀ, ਫਿਲ ਦਾ ਸੈੱਲ। ਹੋਰ ਯਾਦ ਰੱਖ ਲਓ ਤੁਸੀਂ ਜੀ, ਇੱਕ ਹੁੰਦਾ ਜੀ ਕੱਟ, ਇੱਕ ਹੁੰਦਾ ਜੀ ਕਾਪੀ, ਇੱਕ ਹੁੰਦਾ ਜੀ ਪੇਸਟ। ਕੱਟ ਦੀ ਜਿਹੜੀ ਸ਼ਾਰਟਕਟ ਕੀ ਹੁੰਦੀ ਹੈ ਜੀ? ਉਹ ਹੁੰਦੀ ਹੈ ਜੀ ਕੰਟਰੋਲ ਪਲੱਸ ਐਕਸ। ਠੀਕ ਹੈ, ਮਤਲਬ ਇਹਦੀ ਮੈਂ ਟ੍ਰਿਕ ਵੀ ਕਰਾਈ ਹੋਈ ਹੈ ਜੀ। ਐਕਸ ਕੱਟ ਦੀ ਕੀ ਕਿਵੇਂ ਜੀ? ਲਾਈਨ ਮਾਰ ਕੇ ਉਹਨੂੰ ਕੀ ਕਰ ਦਿਓ? ਕੱਟ ਦਿਓ। ਠੀਕ ਹੈ, ਤਾਂ ਐਕਸ ਬਣ ਗਿਆ। ਕੰਟਰੋਲ ਐਕਸ ਕੀ ਹੈ ਜੀ? ਕੱਟ ਦੀ ਜਿਹੜੀ ਸ਼ਾਰਟਕਟ ਕੀ ਹੈ? ਕਾਪੀ ਦੀ ਕੀ ਹੈ ਜੀ? ਕੰਟਰੋਲ ਸੀ। ਕਲੀਅਰ ਹੈ ਜੀ। ਪੇਸਟ ਦੀ ਕੀ ਹੈ ਜੀ? ਕੰਟਰੋਲ ਪਲੱਸ ਵੀ। ਬਹੁਤੇ ਬੱਚੇ ਕੰਟਰੋਲ ਪਲੱਸ ਪੀ ਲਾਏ ਹੁੰਦੇ ਨੇ, ਪੀ ਨਹੀਂ ਹੈਗਾ, ਵੀ ਆਊ, ਵੀ ਵੈਨ ਵਾਲੀ। ਠੀਕ ਹੈ, ਪੀ ਕਾਹਦੇ ਲਈ ਯੂਜ਼ ਹੁੰਦੀ ਹੈ ਜੀ? ਪ੍ਰਿੰਟ ਦੇ ਲਈ ਹੁੰਦੀ ਹੈ। ਠੀਕ ਹੈ, ਕੰਟਰੋਲ ਪਲੱਸ ਪੀ ਨੱਪੋਗੇ ਤਾਂ ਕੀ ਹੈ? ਪ੍ਰਿੰਟ ਦੀ ਸ਼ਾਰਟਕਟ ਕੀ ਹੈ? ਕੰਟਰੋਲ ਕੇ ਆਪਸ਼ਨ ਦੇ ਵਿੱਚ ਦਿਸ ਰਿਹਾ ਹੈ ਜੀ। ਇਹ ਕਾਹਦੇ ਵਾਸਤੇ ਹੈ ਜੀ? ਸ਼ਾਰਟਕਟ ਕੀ ਹੈ? ਹਾਈਪਰ ਲਿੰਕ ਵਾਸਤੇ। ਸੁਪਰ ਇੰਪੋਰਟੈਂਟ ਹੈ ਜੀ। ਠੀਕ ਹੈ, ਸਟਾਰ ਲਾ ਲਓ ਇਹ 'ਤੇ। ਹਾਈਪਰ ਲਿੰਕ ਦੀ ਜਿਹੜੀ ਸ਼ਾਰਟਕਟ ਕੀ ਹੈ ਜੀ? ਉਹ ਕੀ ਹੈ ਜੀ? ਕੰਟਰੋਲ ਪਲੱਸ ਕੇ। ਵਿਚ ਆਫ ਦਾ ਫੋਲੋਇੰਗ ਵਿਲ ਯੂ ਰਿਕੁਆਇਰ ਟੂ ਹੀਅਰ ਮਿਊਜ਼ਿਕ ਔਨ ਯੂਅਰ ਕੰਪਿਊਟਰ? ਤਾਂ ਕਿਹੜੀ ਜਿਹੜੀ ਡਿਵਾਈਸ ਹੈ ਉਹ ਯੂਜ਼ ਕੀਤੀ ਜਾਂਦੀ ਹੈ ਮਿਊਜ਼ਿਕ ਨੂੰ ਸੁਣਨ ਦੇ ਲਈ? ਤਾਂ ਬੀ ਆਪਸ਼ਨ ਸਾਊਂਡ ਕਾਰਡ। ਠੀਕ ਹੈ ਜੀ, ਸਾਊਂਡ ਕਾਰਡ। ਮਾਊਸ ਕੀ ਹੈ ਜੀ? ਇਨਪੁੱਟ ਡਿਵਾਈਸ ਹੈ। ਪੇਪਰ ਦੇ ਵਿੱਚ ਪੁੱਛ ਲੈਣ ਮਾਊਸ ਨੂੰ ਜਿਹੜਾ ਫਾਊਂਡ ਕੀਤਾ, ਠੀਕ ਹੈ, ਫਾਊਂਡ ਕਰਨਾ ਮਤਲਬ ਕੀ ਹੈ? ਮਾਊਸ ਬਣਾਇਆ ਕੀ ਨੇ? ਸਿੱਧਾ ਠੀਕ ਹੈ ਪੁੱਛੇ ਤਾਂ ਕੀ ਹੈ ਜੀ? ਡਗਲਸ ਐਲੰਗਬਰਟ। ਠੀਕ ਹੈ, ਡਗਲਸ ਐਲੰਗਬਰਟ। ਠੀਕ ਹੈ, ਕੀਬੋਰਡ ਦਾ ਪੁੱਛੇ ਜੇ, ਪੁੱਛਦਾ ਜੀ। ਇਹ ਪੇਪਰ ਨਵੋਦਿਆ ਵਿਦਿਆਲਿਆ ਦਾ ਇੱਕ ਪੇਪਰ ਆਇਆ ਸੀ, ਮੇਬੀ 17-18 ਦੇ ਵਿੱਚ, ਤਾਂ ਉਹਦੇ 'ਚ ਪੁੱਛਿਆ ਸੀਗਾ ਕੀਬੋਰਡ ਦਾ ਜਿਹੜਾ ਫਾਊਂਡਰ ਕੌਣ ਹੈ ਜੀ? ਉਹ ਹੈਗਾ ਜੀ ਲੈਥਮ ਸ਼ਾਲਜ਼। ਠੀਕ ਹੈ ਜੀ, ਲੈਥਮ ਸ਼ਾਲਜ਼ ਕੀਬੋਰਡ ਦਾ, ਅਤੇ ਮਾਊਸ ਦਾ ਕੌਣ ਹੈ ਜੀ? ਡਗਲਸ ਐਲੰਗਬਰਟ। ਲੇਅਰ ਵਿਚ ਡੀਲਜ਼ ਵਿਦ ਰਾਊਟਰ? ਕਿਹੜੀ ਲੇਅਰ ਹੈ ਜਿਹੜੀ ਉਹ ਰਾਊਟਰ ਨਾਲ ਡੀਲ ਕਰਦੀ ਹੈ? ਤਾਂ ਉਹ ਹੈਗੇ ਜੀ ਨੈਟਵਰਕ ਲੇਅਰ। ਨੈਟਵਰਕ ਲੇਅਰ ਇਹਦਾ ਸਹੀ ਆਨਸਰ ਹੈ ਜੀ। ਦੇਖੋ, ਇੱਕ ਹੁੰਦਾ ਜੀ OSI ਮਾਡਲ, ਕਈ ਬੱਚਿਆਂ ਨੇ ਸੁਣਿਆ ਹੋਊਗਾ, ਇੱਕ ਛੋਟਾ ਜਿਹਾ ਟੌਪਿਕ ਹੈ ਜੀ OSI ਮਾਡਲ, ਜਿਹਨੂੰ ਆਪਾਂ ਕਹਿੰਦੇ ਹਾਂ ਜੀ ਓਪਨ ਸਿਸਟਮ। ਫੁੱਲ ਫਾਰਮ ਹੈ ਜੀ ਇੰਟਰ ਕਨੈਕਸ਼ਨ। ਠੀਕ ਹੈ, ਤੁਹਾਡਾ ਜਿਹੜਾ ਡਾਟਾ ਹੈ ਉਹਨੂੰ ਟਰਾਂਸਫਰ ਕਰਨ ਦਾ ਕੰਮ ਕਰਦਾ ਇੱਕ ਜਗ੍ਹਾ ਤੋਂ ਦੂਜੀ ਤੱਕ ਜੀ OSI ਮਾਡਲ। ਇਹਦੀਆਂ 7 ਲੇਅਰਸ ਹੁੰਦੀਆਂ ਨੇ। ਠੀਕ ਹੈ ਜੀ, 7 ਲੇਅਰਸ ਹੁੰਦੀਆਂ ਨੇ, ਯਾਦ ਰੱਖਿਓ। ICMP ਸਟੈਂਡਸ ਫॉर, ਇਹਦੀ ਫੁੱਲ ਫਾਰਮ ਦੱਸਣੀ ਹੈ ਜੀ। ਤਾਂ ਇਹਦੀ ਜਿਹੜੀ ਫੁੱਲ ਫਾਰਮ ਹੈ ਜੀ ਇੰਟਰਨੈਟ ਕੰਟਰੋਲ ਮੈਨੇਜਮੈਂਟ ਪ੍ਰੋਟੋਕਾਲ। ਫੁੱਲ ਫਾਰਮ ਬਹੁਤ ਆਉਂਦੀਆਂ ਨੇ ਜੀ ਪੇਪਰ ਦੇ ਵਿੱਚ। ਇੰਟਰਨੈਟ ਕੰਟਰੋਲ ਮੈਨੇਜਮੈਂਟ ਪ੍ਰੋਟੋਕਾਲ ਜਿਹੜਾ ਦਾ ਸੀ ਆਪਸ਼ਨ ਸਹੀ ਆਨਸਰ ਹੈ। ਵਟ ਇਜ਼ ਦਾ ਮੀਨਿੰਗ ਆਫ OSI ਇਨ ਟਰਮਸ ਆਫ ਕੰਪਿਊਟਰ? ਤਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਮੈਂ, ਓਪਨ ਸਿਸਟਮ ਇੰਟਰਕਨੈਕਸ਼ਨ। ਸੀ ਆਪਸ਼ਨ ਇਹਦਾ ਸਹੀ ਆਨਸਰ ਹੈ ਜੀ। 7 ਲੇਅਰਾਂ ਹੁੰਦੀਆਂ ਨੇ ਜੀ OSI ਮਾਡਲ ਦੀਆਂ। ਠੀਕ ਹੈ, ਯਾਦ ਰੱਖਿਓ। ਇੱਕ ਇਹਦੀ ਮੈਂ ਟ੍ਰਿਕ ਵੀ ਦੱਸੀ ਹੋਈ ਹੈ। ਆਂਧਰਾ ਪ੍ਰਦੇਸ਼ ਸੇ ਟ੍ਰੇਨ ਨਿਕਲੀ, ਦਿੱਲੀ ਪਹੁੰਚੀ। ਠੀਕ ਹੈ ਜੀ। You must install a dash on a network if you want to share a broadband internet connection। ਤੁਹਾਨੂੰ ਕੀ ਇੰਸਟਾਲ ਕਰਨਾ ਪਊਗਾ ਜੇ ਤੁਸੀਂ ਕੀ ਹੈ ਜੀ ਬਰੋਡਬੈਂਡ ਇੰਟਰਨੈਟ ਕਨੈਕਸ਼ਨ ਹੈ ਜਿਹੜਾ ਉਹ ਸ਼ੇਅਰ ਕਰਨਾ। ਠੀਕ ਹੈ ਜੀ, ਤਾਂ ਰਾਊਟਰ ਕੀ ਹੈ ਜੀ? ਯਾਦ ਰੱਖਣਾ ਤੁਸੀਂ। A ਆਪਸ਼ਨ ਇਹਦਾ ਸਹੀ ਆਨਸਰ ਹੈ ਜੀ। ਮੋਡਮ ਦੀ ਫੁੱਲ ਫਾਰਮ ਪੁੱਛ ਲੈਂਦਾ ਜੀ ਮੋਡੂਲੇਸ਼ਨ ਜਾਂ ਮੋਡੂਲੇਟਰ, ਡੀਮੋਡੂਲੇਟਰ। ਠੀਕ ਹੈ, ਡੀਮੋਡੂਲੇਟਰ। ਠੀਕ ਹੈ ਜੀ। ਟੂ ਰੀਲੋਡ ਆ ਵੈਬ ਪੇਜ ਪ੍ਰੈਸ ਦਾ ਬਟਨ। ਤਾਂ ਕਿਹੜਾ ਬਟਨ ਨੱਪਣਾ ਪਊਗਾ ਜੀ ਆਪਾਂ ਨੂੰ? E ਆਪਸ਼ਨ ਰੀਫਰੈਸ਼। ਠੀਕ ਹੈ, ਜੇ ਆਪਾਂ ਡੈਸਕਟਾਪ 'ਤੇ ਖੜ੍ਹੇ ਹਾਂ ਤਾਂ F5 ਕੀ ਹੈ ਜੀ? ਰੀਫਰੈਸ਼ ਦੀ ਸ਼ਾਰਟਕਟ ਕੀ ਹੈ? ਠੀਕ ਹੈ, F5 ਜਦੋਂ ਆਪਾਂ ਨੱਪਦੇ ਹਾਂ ਨਾ, ਡੈਸਕਟਾਪ 'ਤੇ ਖੜ੍ਹੇ ਹਾਂ ਤਾਂ ਰੀਫਰੈਸ਼ ਹੁੰਦਾ। ਠੀਕ ਹੈ, ਆਪਾਂ ਇੱਕ ਵਾਰ ਮਾਊਸ ਨਾਲ ਕਰਕੇ ਉਦੋਂ ਬਾਅਦ F5 ਨੱਪੀ ਜਾਂਦੇ ਹਾਂ ਤਾਂ ਕੰਪਿਊਟਰ ਤੁਹਾਡਾ ਕੀ ਹੈ ਜੀ? ਰੀਫਰੈਸ਼ ਹੁੰਦਾ ਰਹਿੰਦਾ। ਜੇ ਇਹੀ F5 ਆਪਾਂ ਕੀ ਕਰੀਏ ਜੀ? ਪਾਵਰ ਪੁਆਇੰਟ ਦੇ ਵਿੱਚ ਯੂਜ਼ ਕਰੀਏ
ਪਾਵਰ ਪੁਆਇੰਟ ਦੇ ਵਿੱਚ ਯੂਜ਼ ਕਰੀਏ ਤਾਂ ਕੀ ਕਰਦਾ ਜੀ, ਇਹ ਸਲਾਈਡ ਸ਼ੋਅ ਨੂੰ ਕੀ ਕਰਦਾ, ਸਟਾਰਟ ਕਰਦਾ। ਪੁੱਛਦਾ ਜੀ ਬਹੁਤ ਪੇਪਰ ਦੇ ਵਿੱਚ ਕੀ ਇਜ਼ ਯੂਜ਼ ਟੂ ਸਟਾਰਟ ਸਲਾਈਡ ਸ਼ੋਅ ਨੂੰ ਸਟਾਰਟ ਕਰਨ ਵਾਸਤੇ ਕਿਹੜੀ ਯੂਜ਼ ਹੁੰਦੀ ਹੈ ਜੀ, ਕੀ F5। ਠੀਕ ਹੈ ਜੀ। ਤਾਂ ਇਹ ਜਿਹੜੇ 20 ਕੁਐਸਚਨ ਨੇ ਇੱਥੇ ਆਪਾਂ ਕੀ ਹੈ ਜੀ ਸੈਸ਼ਨ ਦਾ ਅੰਤ ਕਰਦੇ ਹਾਂ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਅਤੇ ਲਾਈਕ ਕਰਨਾ ਨਾ ਭੁੱਲਿਓ। ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਦਿਓ। ਠੀਕ ਹੈ ਜੀ। ਆਪਣੀ ਜਿਹੜੀ ਅਕੈਡਮੀ ਆ ਉਹ ਮਾਨਸਾ ਦੇ ਵਿੱਚ ਚੱਲ ਰਹੀ ਹੈ। ਠੀਕ ਹੈ ਜੀ। ਤਾਂ ਬਹੁਤ ਬਹੁਤ ਧੰਨਵਾਦ।